ਵਾਹਿਗੁਰੂ 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 ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਿਲਾ ਪਹਿਲਾ। ਸਿੰਘਾਂ ਬਾਜਾਂ ਚਰਗਾਂ ਕੁਹੀਆਂ ਇਨ੍ਹਾਂ ਖਵਾਲੇ ਘਾਹ ਖਾਨ ਤਿਨਾ ਮਾਸ ਖਵਾਲੇ। ਇਹ ਚਲਾਏ ਰਾ ਨਦੀਆਂ ਵਿੱਚ ਟਿੱਬੇ ਦੇ ਖਾਲੇ। ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ। ਲਸ਼ਕਰ ਕਰੇ ਸੁਆ ਜੇਤੇ ਜੀ ਜੀਵੈ ਲਹਿ ਸਾਹਾਂ। ਜਿਵਾਲੇ ਤਾ ਕੇ ਅਸਾ ਨਾਨਕ ਜਿਉ ਜਿਉ ਸੱਚੇ ਪਾਵੈ। ਤਿਉ ਤਿਉ ਦੇ ਗਿਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪੌੜੀ ਦੇ ਵਿੱਚ ਇਹ ਪਹਿਲਾ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ। ਗੁਰੂ ਜੀ ਕਹਿੰਦੇ ਸਿੰਘਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ। ਗੁਰੂ ਜੀ ਪਰਮਾਤਮਾ ਦੀ ਗੱਲ ਕਰ ਰਹੇ ਨੇ। ਅਗਰ ਪਰਮਾਤਮਾ ਦੀ ਮਰਜ਼ੀ ਹੋਵੇ, ਪਰਮਾਤਮਾ ਆਪਣੇ ਹੁਕਮ ਨੂੰ ਚੇਂਜ ਕਰਨਾ ਚਾਹੇ ਉਹ ਕਦੇ ਵੀ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਜਿਵੇਂ ਸ਼ੇਰ ਹੋ ਗਏ, ਬਾਜ ਹੋ ਗਏ, ਚਰਗਾ ਕੁਹੀਆਂ ਆਦਿ ਜਿਹੜੇ ਮਾਸਾਹਾਰੀ ਜੀਵ ਨੇ, ਕਹਿੰਦੇ ਜੇ ਪ੍ਰਮਾਤਮਾ ਚਾਹਵੇ ਇਹਨਾਂ ਖਵਾਲੇ ਘਾਹ, ਇਹਨਾਂ ਨੂੰ ਘਾਹ ਫੂਸ ਖਾਣ ਵੀ ਲਾ ਸਕਦਾ ਹੈ ਜੇ ਪ੍ਰਮਾਤਮਾ ਚਾਹਵੇ ਤਾਂ। ਘਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾ। ਇਸੇ ਤਰ੍ਹਾਂ ਹੀ ਇਸ ਦੇ ਉਲਟ ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਾਣ ਦੀ ਆਦਤ ਜਾਂ ਉਹਨਾਂ ਦਾ ਸਿਸਟਮ ਬਣਾ ਸਕਦਾ ਹੈ। ਪ੍ਰਭੂ ਜਿਹੋ ਜਿਹਾ ਚਾਹੇ ਇਹੋ ਜਿਹਾ ਰਾਹ ਤੋਰ ਸਕਦਾ ਹੈ। ਪ੍ਰਭੂ ਇਹੋ ਜਿਹਾ ਰਾਹ ਵੀ ਤੋਰ ਦਿੰਦਾ ਹੈ। ਇਹ ਸਭ ਕੁਝ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੈ। ਉਸ ਦੀ ਰਜ਼ਾ ਦਾ ਮਤਲਬ ਹੁੰਦਾ ਉਸ ਦਾ ਹੁਕਮ, ਉਸ ਦੇ ਨਿਯਮਾਂ ਦੇ ਵਿੱਚ ਹਰ ਇੱਕ ਚੀਜ਼ ਵਾਪਰ ਰਹੀ ਹੈ। ਸਾਡੀ ਇਸ ਧਰਤੀ ਦੇ ਉੱਪਰ ਆਹ ਚੀਜ਼ਾਂ ਮਾਸ ਖਾ ਰਹੀਆਂ ਨੇ। ਜਿਹੜੇ ਚੀਜ਼ਾਂ ਅਸੀਂ ਘਾਹ ਖਾਂਦੇ ਦੇਖਦੇ ਹਾਂ ਉਹ ਘਾਹ ਖਾ ਰਹੇ ਨੇ, ਪਰ ਇਹ ਨਹੀਂ ਪਤਾ ਹੋਰ ਪਤਾ ਕਿੰਨੀਆਂ ਕੁ ਧਰਤੀਆਂ ਨੇ ਉਹਨਾਂ ਦੇ ਉਲਟ ਕੰਮ ਹੋ ਰਿਹਾ ਹੋਵੇ। ਜਿਹੇ ਜਿਹੇ ਜੀਵ ਸਾਨੂੰ ਲੱਗਦੇ ਨੇ ਮੇਰੇ ਘਾਹ ਖਾਂਦੇ ਹੋਏ ਜੇ ਉੱਥੇ ਮਾਸ ਖਾ ਰਹੇ ਹੋਣ, ਜਿਹੇ ਜਿਹੇ ਜੀਵ ਸਾਨੂੰ ਇੱਥੇ ਲੱਗਦਾ ਮਾਸ ਖਾਂਦੇ ਉੱਥੇ ਘਾਹ ਖਾਂਦੇ ਹੋਣ। ਮਤਲਬ ਗਿਣਤੀ ਤਾਂ ਕੋਈ ਹੈ ਹੀ ਨਹੀਂ, ਬੇਅੰਤ ਹੈ। ਗਿਣਤੀ ਕਹਿਣਾ ਹੀ ਗਲਤ ਹੈ, ਪਰ ਕਿੰਨੀਆਂ ਕੁ ਧਰਤੀਆਂ ਹੋਣਗੀਆਂ ਆਪਾਂ ਨੂੰ ਕੋਈ ਹੈ ਹੀ ਨਹੀਂ ਕਿੱਥੇ ਜੀਵ ਜੀਰੇ ਹੋਣਗੇ, ਕਿਸ ਕਿਸ ਰੂਪ 'ਚ, ਇਹ ਪ੍ਰਮਾਤਮਾ ਹੀ ਜਾਣਦਾ ਹੈ। ਭਾਵ ਉਸ ਦੀ ਰਜ਼ਾ ਹੀ ਸਭ ਤੋਂ ਉੱਪਰ ਹੈ, ਉਸ ਦੇ ਹੁਕਮ, ਉਸ ਦੇ ਨਿਯਮ ਸਭ ਤੋਂ ਉੱਪਰ ਹਨ।
ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ। ਨਦੀਆਂ, ਜਿੱਥੇ ਨਦੀਆਂ ਚੱਲਦੀਆਂ ਹਨ ਉੱਥੇ ਟਿੱਬੇ ਪੈਦਾ ਹੋ ਸਕਦੇ ਹਨ, ਭਾਵ ਰੇਗਿਸਤਾਨ ਵਾਲਾ ਸੁੱਕਾ ਏਰੀਆ ਪੈਦਾ ਹੋ ਸਕਦਾ ਹੈ। ਜਿੱਥੇ ਥਲ ਹੈ, ਜਿੱਥੇ ਭਲਾ ਦਾ ਵੀ ਇੱਥੇ ਤਾਂ ਧਰਤੀ ਹੈ, ਰਾਜਸਥਾਨ ਹੈ, ਇਹ ਸਮੁੰਦਰ ਬਣ ਸਕਦੇ ਹਨ। ਪਰ ਇਹ ਤਾਂ ਇਤਿਹਾਸ ਵੀ ਕਹਿੰਦਾ, ਧਰਤੀ ਦਾ ਜਿਹੜਾ ਇਤਿਹਾਸ ਹੈ ਉਹ ਦੱਸਦਾ ਹੈ ਜਿਹੜਾ ਰਾਜਸਥਾਨ ਜਾਂ ਹਿਮਾਲਿਆ ਪਰਬਤ ਜਿੱਥੇ ਅੱਜ ਹੈਗੇ ਨੇ, ਇੱਥੇ ਕਦੇ ਡੂੰਘਾ ਸਮੁੰਦਰ ਹੋਇਆ ਕਰਦਾ ਸੀ। ਕਿਉਂਕਿ ਜਿਹੜੀ ਰਾਜਸਥਾਨ ਦੀ ਮਿੱਟੀ ਹੈ ਰੇਤੇ ਵਾਲੀ, ਇਹ ਸਮੁੰਦਰ ਕਰਕੇ ਬਣਦੀ ਹੈ, ਕਿਉਂਕਿ ਖਾਰਾਪਣ ਹੁੰਦਾ ਸਮੁੰਦਰ ਦੇ ਪਾਣੀ 'ਚ। ਤਾਂ ਇਹ ਧਰਤੀ ਨੀਵੀਂ ਹੁੰਦੀ ਸੀ ਕਿਸੇ ਟਾਈਮ, ਇੱਥੇ ਸਮੁੰਦਰ ਹੁੰਦਾ ਸੀ। ਤਾਂ ਹੀ ਬੜਾ ਏਰੀਆ, ਰਾਜਸਥਾਨ ਦਾ ਕਿੱਡਾ ਏਰੀਆ। ਫਿਰ ਅੱਗੇ ਸਹਾਰਾ ਮਾਰੂਥਲ, ਪਤਾ ਨਹੀਂ ਕਿੰਨੇ ਕੁ ਮਾਰੂਥਲ ਨੇ ਹੋਰ ਦੁਨੀਆ 'ਤੇ, ਥਾਰ ਮਾਰੂਥਲ ਹੈ ਨਾ, ਇਹ ਸਾਰੇ ਪਹਿਲਾਂ ਸਮੁੰਦਰ ਹੁੰਦੇ ਸੀ ਇੱਥੇ। ਅੱਜ ਉਹ ਟਿੱਬੇ ਹੋਏ ਹੋਏ ਨੇ, ਇਹੀ ਗੁਰੂ ਜੀ ਗੱਲ ਕਰ ਰਹੇ ਨੇ। ਜਿੱਥੇ ਉਹ ਟਿੱਬੇ ਹੁੰਦੇ ਸੀ ਉੱਥੇ ਸਮੁੰਦਰ ਬਣ ਗਏ ਹੁਣ। ਇਹ ਪਰਮਾਤਮਾ ਆਪਣੇ ਸਿਸਟਮ ਨੂੰ, ਨਿਯਮ ਨੂੰ ਠੀਕ ਕਰਨ ਲਈ ਜਾਂ ਆਪਣੀ ਧਰਤੀ ਦਾ ਬੈਲੈਂਸ ਬਣਾਉਣ ਲਈ ਇਹ ਚੀਜ਼ਾਂ ਕਰਦਾ ਹੋਊਗਾ, ਤਾਂ ਰੱਬੇ ਜਾਣਦਾ, ਪਰਮਾਤਮਾ ਹੀ ਜਾਣਦਾ ਹੈ ਨਾ। ਉਹਨੇ ਨਿਯਮ ਕਿਉਂ ਬਣਾਏ ਨੇ, ਕਿਉਂਕਿ ਜਿੰਨੀ ਕੁ ਆਪਣੀ ਬੁੱਧੀ ਕੰਮ ਕਰਦੀ ਹੈ ਉਨੇ ਕੁ ਨਿਯਮਾਂ ਦੀ ਸਮਝ ਪੈਂਦੀ ਹੈ। ਉਸ ਤੋਂ ਬਾਅਦ ਸਮਝ ਵੀ ਨਹੀਂ ਪੈਂਦੀ ਆਪਾਂ ਨੂੰ ਵੀ ਆਹ ਚੀਜ਼ ਕਿਉਂ ਹੋਈ, ਕਿਤੇ ਪਾਣੀ ਦਾ ਰੰਗ ਨੀਲਾ ਕਿਉਂ ਹੈ, ਕਿਤੇ ਪਾਣੀ ਦਾ ਰੰਗ ਲਾਲ ਕਿਉਂ ਹੈ, ਕਿਤੇ ਪਹਾੜ ਰੰਗ ਕਿਉਂ ਬਦਲੀ ਜਾਂਦੇ ਨੇ। ਇਹ ਕੁਛ ਨਾ ਕੁਛ ਨਿਯਮ ਨੇ ਪਰਮਾਤਮਾ ਦੇ। ਪਰ ਸਾਨੂੰ ਉਹਨਾਂ ਨਿਯਮਾਂ ਦੀ ਸਮਝ ਨਾ ਹੋਣ ਕਰਕੇ ਕਈ ਸ਼ਰਾਰਤੀ ਲੋਕ, ਭਾਵ ਕਈ ਚਲਾਕ ਤਰੀਕੇ ਦੇ ਲੋਕ, ਉਹਨੂੰ ਫਿਰ ਪਖੰਡਵਾਦ ਦੇ ਵਿੱਚ ਜਾਂ ਡਰਾਵੇ ਨਾਲ ਜੋੜ ਕੇ ਧਾਰਮਿਕ ਪਖੰਡ ਕਰਨ ਲੱਗ ਜਾਂਦੇ ਹਨ, ਕਰਮ ਕਾਂਡਾਂ 'ਚ ਫਸਾ ਲੈਂਦੇ ਨੇ। ਜਿਵੇਂ ਆਪਾਂ ਗੱਲ ਕਰੀਏ ਆਪਣੇ ਹੀ ਦੇਸ਼ ਦੇ ਵਿੱਚ, ਗੁਰੂ ਸਾਹਿਬਾਨ ਨੇ ਕੁਦਰਤ ਦੀਆਂ ਚੀਜ਼ਾਂ ਨੂੰ ਸਾਹਮਣੇ ਖੜਾ ਕੀਤਾ ਵੀ ਦੇਖੋ ਕੁਦਰਤ ਦੀ ਸ਼ਕਤੀ, ਕੁਦਰਤ ਆਪਣੇ ਨਿਯਮ ਕਿਸੇ ਵੀ ਜਗ੍ਹਾ 'ਤੇ ਕਿਵੇਂ ਵੀ ਕਰ ਸਕਦੀ ਹੈ। ਪਰ ਪੁਜਾਰੀ ਬੜਾ ਸਿਆਣਾ ਸੀ, ਉਹਨੇ ਉੱਥੇ ਜਾ ਕੇ ਉਹਨੂੰ ਧਰਮ ਨਾਲ ਜੋੜ ਕੇ ਪਖੰਡ ਸਟਾਰਟ ਕਰਾਤੇ। ਕਈ ਤਾਂ ਆਪਣੇ ਗੁਰੂਆਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਕੋਈ ਕਿਸੇ ਪਰਬਤ ਨਾਲ ਜੁੜੇ ਹੋਏ ਨੇ, ਕੋਈ ਕਹਿੰਦਾ ਨੀਚੋਂ ਅੱਗ ਨਿਕਲ ਰਹੀ ਹੈ ਜਦ ਕਿ ਉੱਥੇ ਗੈਸ ਹੈ, ਗੈਸ ਨੂੰ ਕੁਦਰਤੀ ਅੱਗ ਲੱਗੀ ਰਹਿੰਦੀ ਹੈ। ਕਿਤੇ ਪਾਣੀ ਉਬਲ ਰਿਹਾ ਹੈ, ਉਹ ਤਾਂ ਕੁਦਰਤੀ ਨੇ, ਇਹ ਕਿਹੜਾ ਗੱਲ ਇੱਥੇ ਹੀ ਹੋ ਰਿਹਾ ਹੈ, ਪਤਾ ਕਿੱਥੇ ਕਿੱਥੇ ਚੀਜ਼ਾਂ ਵਾਪਰ ਰਹੀਆਂ ਨੇ। ਪਰ ਕਈ ਲੋਕਾਂ ਨੇ ਉਹਨਾਂ ਨੂੰ ਸਮਝਣ ਲਈ ਗਿਆਨ ਨਾਲ ਜੋੜਿਆ, ਪਰ ਸਾਡੇ ਲੋਕਾਂ ਨੇ ਉਸ ਨੂੰ ਅਗਿਆਨ ਨਾਲ ਜੋੜਤਾ, ਪਖੰਡ ਨਾਲ ਜੋੜਤਾ, ਲੋਕਾਂ ਨੂੰ ਮੂਰਖ ਬਣਾਉਣ ਨਾਲ ਜੋੜਤਾ, ਅਤੇ ਅਸੀਂ ਵੀ ਹਮਾ ਕੇ ਉਸ ਮੂਰਖਤਾਈ ਦਾ ਹਿੱਸਾ ਬਣੀ ਜਾਂਦੇ ਹਾਂ। ਪਰ ਸਾਡੇ ਪਿਆਰੇ ਜੀ ਬਾਬਾ ਨਾਨਕ ਤੋਂ ਲੈ ਕੇ 10 ਗੁਰੂ ਸਾਹਿਬਾਨ ਸਾਨੂੰ ਗਿਆਨ ਨਾਲ ਜੋੜਨ ਆਏ ਸੀ, ਸਾਨੂੰ ਸ਼ਬਦ ਨਾਲ ਜੋੜਨ ਆਏ ਸੀ, ਸਾਡੀਆਂ ਅੱਖਾਂ ਖੋਲ੍ਹਣ ਆਏ ਸੀ ਵੀ ਤੁਸੀਂ ਪਖੰਡਾਂ ਤੋਂ ਬਾਝੋ, ਤੁਸੀਂ ਲੁੱਟ ਤੋਂ ਬਾਝੋਗੇ। ਪਰ ਅੱਜ ਅਸੀਂ ਫਿਰ ਉਸ ਲੁੱਟ ਦੇ ਵਿੱਚ ਹੀ ਸ਼ਾਮਿਲ ਹੋ ਗਏ ਹਾਂ। ਅਸੀਂ ਵੀ ਆਪਣੀ ਲੁੱਟ ਕਰਾਈ ਜਾ ਰਹੇ ਹਾਂ। ਅਸੀਂ ਹਫ਼ਤਾ ਯਾਤਰਾਵਾਂ 'ਤੇ ਤਾਂ ਚਲੇ ਜਾਂਦੇ ਹਾਂ, ਹਫ਼ਤਾ ਯਾਤਰਾਵਾਂ 'ਤੇ ਤਾਂ ਚਲੇ ਜਾਂਦੇ ਹਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਪਰ ਜਿਹੜਾ ਗੁਰੂ ਨੇ ਕਿਹਾ ਸੀ ਵੀ ਗੁਰੂ ਸ਼ਬਦ ਹੀ ਤੀਰਥ ਹੈ, ਗੁਰ ਸਮਾਨ ਤੀਰਥ ਨਹੀਂ ਕੋਈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਨ ਲਈ, ਉਹਨਾਂ ਦਾ ਡੂੰਘਾ ਅਧਿਐਨ ਕਰਨ ਵਾਸਤੇ ਇੱਕ ਦਿਨ ਵੀ ਦੇਣਾ ਸਾਨੂੰ ਔਖਾ ਹੋ ਜਾਂਦਾ ਹੈ। ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ। ਦੇਖੋ ਕਦੀ ਕਿੰਨੇ ਬੰਦੇ ਜਪਜੀ ਸਾਹਿਬ ਦਾ ਅਧਿਐਨ ਕਰਦੇ ਨੇ ਆਪਣੇ ਲੈਵਲ 'ਤੇ, ਜਿੰਨਾ ਪੜ੍ਹੋਗੇ ਉਨਾ ਸਮਝ ਆਊਗਾ ਨਾ। ਕਿੰਨੇ ਕੁ ਵਿਅਕਤੀ ਐਸੇ ਨੇ ਜਿਹੜੇ ਵਿਅਕਤੀ ਕਹਿੰਦੇ ਨੇ ਵੀ ਅਸੀਂ ਜਪਜੀ ਸਾਹਿਬ ਦਾ ਅਧਿਐਨ ਕਰਨਾ ਹੈ, ਵੀ ਸਾਨੂੰ ਜਪਜੀ ਸਾਹਿਬ ਦਾ ਅਧਿਐਨ ਕਰਨ ਵਾਸਤੇ ਕਿਤਾਬਾਂ ਕਿੱਥੋਂ ਮਿਲ ਸਕਦੀਆਂ ਨੇ। ਕਦੀ ਕਿਸੇ ਨੇ ਕੋਸ਼ਿਸ਼ ਕੀਤੀ ਸੋਚਣ ਦੀ? ਇਹ ਪੁਆਇੰਟ ਨਹੀਂ ਕਰਦੇ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨਾ ਹੈ ਜੀ, ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਲਿਖਤ ਅਧਿਐਨ ਦੀਆਂ ਕਿਤਾਬਾਂ ਕਿੱਥੋਂ ਮਿਲ ਸਕਦੀਆਂ ਨੇ। ਕਿਉਂਕਿ ਪਹਿਲਾਂ ਤਾਂ ਅਸੀਂ ਚੀਜ਼ਾਂ ਨੂੰ, ਬਾਕੀ ਚੀਜ਼ਾਂ ਦੇ ਉਲੱਥਿਆਂ ਨੂੰ ਦੇਖਾਂਗੇ, ਫਿਰ ਆਪਣੇ ਅੰਦਰਲੇ ਗਿਆਨ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਾਂਗੇ, ਫਿਰ ਉਹ ਚੀਜ਼ 'ਚ ਨਵੇਂ ਤੱਤ ਨਿਕਲਦੇ, ਫਿਰ ਉਹ ਗਿਆਨ ਆਪਣੀ ਤਾਕਤ ਦਿਖਾਉਂਦਾ। ਫਿਰ ਗੁਰੂ ਗ੍ਰੰਥ ਸਾਹਿਬ ਸਾਨੂੰ ਸ਼ਕਤੀਸ਼ਾਲੀ ਬਣਾਉਂਦੇ ਸੀਗੇ, ਪਰ ਅਸੀਂ ਫਿਰ ਭੇਡਾਂ ਬਣ ਗਏ। ਬਸ ਭੇਡਾਂ ਬਣ ਕੇ ਜਿਹੜਾ ਕੋਈ ਇੱਕ ਬੰਦਾ ਸਮਝਾਉਣ ਆਉਂਦਾ ਉਹ ਟੱਕਰਾਂ ਮਾਰੀ ਜਾਂਦੇ ਆ। ਹੁੰਦਾ ਨਾ ਇੱਦਾਂ, ਕੋਈ ਵਿਅਕਤੀ ਕਹੇ ਭਾਈ ਤੁਸੀਂ ਇੱਦਾਂ ਨਹੀਂ, ਗਲਤ ਕਰ ਰਹੇ ਹੋ, ਇੱਦਾਂ ਠੀਕ ਕਰਿਆ ਕਰੋ, ਉਹ ਸਾਰੀਆਂ ਭੇਡਾਂ ਇਕੱਠੀਆਂ ਹੋ ਜਾਂਦੀਆਂ ਨੇ, ਬਸ ਉਹ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਭੇਡਾਂ ਆਪਣੇ ਸਿਰ ਨਾਲ।
ਮਾਰਦੀਆਂ ਨੇ ਨਾ ਭੀੜ ਦੇ ਰੂਪ 'ਚ। ਫਿਰ ਜਿਹੜੇ ਰਾਜਨੀਤਿਕ ਜਾਂ ਪੁਜਾਰੀ ਲੋਕ ਹੁੰਦੇ ਨੇ ਉੱਪਰ ਉਹਨਾਂ ਦੀ ਅਗਵਾਈ ਕਰਦੇ ਨੇ ਭੇਡਾਂ ਦੀ, ਮਾਰੋ ਮਾਰੋ ਇਹ ਟੱਕਰ ਮਾਰੋ ਜਾ ਕੇ। ਕਿਉਂਕਿ ਉਹ ਭੇਡਾਂ ਨੂੰ ਇਹ ਸਮਝ ਨਹੀਂ ਹੁੰਦੀ ਭਾਈ ਵੀ ਜੇ ਗੱਲ ਕੋਈ ਦੱਸੀ ਜਾ ਰਹੀ ਹੈ ਤੁਹਾਡੇ ਫਾਇਦੇ 'ਚ ਹੈ, ਉਹਨੇ ਕਿਹੜਾ ਕੁਛ ਲੈ ਜਾਣਾ ਵਿੱਚੋਂ। ਇਹ ਸਮਝਣ ਦੀ ਬੜੀ ਲੋੜ ਹੈ। ਪਰਮਾਤਮਾ ਦੇ ਨਿਯਮਾਂ ਨੂੰ ਗੁਰੂ ਨਾਨਕ ਪਾਤਸ਼ਾਹ ਸਾਨੂੰ ਇੱਕ ਇੱਕ ਰੂਪ 'ਚ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਇੱਕ ਇੱਕ ਤਰੀਕੇ ਨਾਲ ਅਲੱਗ-ਅਲੱਗ ਯੂਜ਼ ਕਰ ਰਹੇ ਸੀ। ਕਦੀ ਕੋਈ ਤਰੀਕਾ, ਕਦੀ ਕੋਈ ਉਦਾਹਰਣ, ਕਦੀ ਕੋਈ ਉਦਾਹਰਣ। ਪਰ ਅਸੀਂ ਨੇ ਕਸਮ ਖਾਧੀ ਹੋਈ ਹੈ ਕਿ ਅਸੀਂ ਨਹੀਂ ਬਦਲਣਾ, ਅਸੀਂ ਤੁਹਾਡਾ ਅਧਿਐਨ ਕਰਨਾ ਹੀ ਨਹੀਂ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਕੀੜਾ ਥਾਪ ਭਾਵ ਇੱਕ ਕਮਜ਼ੋਰ ਬੰਦੇ ਨੂੰ ਪਾਤਸ਼ਾਹ ਬਣਾਉਣ ਦਾ ਪ੍ਰਮਾਤਮਾ ਜੇ ਚਾਹਵੇ, ਜਿਵੇਂ ਕਿਸੇ ਨੂੰ ਲੋਟਰੀ ਨਿਕਲੇ। ਪਰ ਕਈ ਬੰਦੇ ਜਿਹੜੇ ਤਗੜੇ ਹੁੰਦੇ ਨੇ ਉਹਨਾਂ ਨੂੰ ਖ਼ਤਮ ਵੀ ਕਰ ਦਿੰਦਾ। ਜਿਵੇਂ ਅਗਰ ਬੁੱਧੀ ਸਹੀ ਨਾ ਹੋਵੇ, ਸਹੀ ਗੁਰੂ ਸਿੱਖਿਆ 'ਤੇ ਨਾ ਚੱਲੇ। ਜਿਵੇਂ ਹੁਣ ਸੁਸ਼ੀਲ ਕੁਮਾਰ ਨੇ 5 ਕਰੋੜ ਰੁਪਏ KBC ਜਿੱਤਿਆ ਸੀ, ਕੌਣ ਬਣੇਗਾ ਕਰੋੜਪਤੀ 'ਚੋਂ। ਫਿਰ ਉਸਨੇ ਉਸਦਾ ਧਿਆਨ ਨਾਲ ਇਸਤੇਮਾਲ ਨਹੀਂ ਕੀਤਾ, ਉਹ ਦਿਵਾਲੀਆ ਹੋ ਗਿਆ, ਉਲਟਾ ਹੋਰ ਕਰਜ਼ਾਈ ਹੋ ਗਿਆ, ਕਿਉਂਕਿ ਵੱਧ ਪੰਗੇ ਲੈ ਲਏ ਬਿਨਾਂ ਮਤਲਬ ਦੇ। ਜਦੋਂ ਲੋਕਾਂ ਦਾ ਖਿਡੌਣਾ ਬਣ ਜਾਂਦੇ ਆ ਤਾਂ ਲੋਕ ਤੁਹਾਡੀ ਚੀਜ਼ ਨੂੰ ਲੁੱਟ ਕੇ ਲੈ ਜਾਂਦੇ ਨੇ। ਸਾਨੂੰ ਪਤਾ ਵੀ ਨਹੀਂ ਲੱਗਦਾ, ਸਾਨੂੰ ਐਂ ਲੱਗਦਾ ਵੀ ਸਾਡੇ ਬੜੇ ਇਹ ਸ਼ੁਭ ਚਿੰਤਕ ਨੇ, ਆਪਣਾ ਦਿਮਾਗ ਯੂਜ਼ ਨਹੀਂ ਕਰਦੇ। ਜੇਤੇ ਜੀ ਜੀਵੈ ਲੈ ਸਾਹਾ। ਗੁਰੂ ਜੀ ਕਹਿੰਦੇ ਜਿੰਨੇ ਵੀ ਜੀ ਸਾਹ ਲੈ ਕੇ ਜੀ ਰਹੇ ਹਨ, ਜੇਤੇ ਜੀ ਜੀਵੈ ਲੈ ਸਾਹਾ, ਸਾਹ ਲੈਣ ਵਾਲੇ ਜਿੰਨੇ ਵੀ ਜੀਵ ਜੀ ਰਹੇ ਹਨ, ਜੀਵਾਲੇ ਤਾ ਕੇ ਅਸਾ। ਪਰ ਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਚਾਹਵੇ ਤਾਂ ਸਾਹਾਂ ਦੀ ਵੀ ਕੀ ਮੁਹਤਾਜੀ ਜੇ ਉਸ ਨੂੰ ਜਿਉਂਦਾ ਰੱਖਣਾ ਹੋਵੇ। ਬਿਨਾਂ ਸਾਹ ਤੋਂ ਵੀ ਜਿਉਂਦਾ ਰੱਖ ਸਕਦਾ ਹੈ ਜੇ ਪ੍ਰਮਾਤਮਾ ਚਾਹਵੇ। ਇਸ ਚੀਜ਼ ਦੀ ਸਭ ਤੋਂ ਵੱਡੀ ਉਦਾਹਰਨ ਇਹ ਪ੍ਰਮਾਤਮਾ ਦੇ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਆਪਣੇ ਆਪ 'ਤੇ ਨਹੀਂ ਢਾਲਣਾ ਕਿ ਦੇਖੋ ਜੀ ਮੈਂ ਬਿਨਾਂ ਸਾਹਾਂ ਤੋਂ ਬੈਠਣਾ। ਇਹ ਪੁਆਇੰਟ ਨਹੀਂ ਗੁਰੂ ਜੀ ਕਰ ਰਹੇ। ਜੇ ਪ੍ਰਮਾਤਮਾ ਚਾਹਵੇ ਤਾਂ ਸਾਹ ਤੋਂ ਬਿਨਾਂ ਵੀ ਚੀਜ਼ਾਂ ਜੀਵਤ ਰਹਿ ਸਕਦੀਆਂ ਨੇ, ਭਾਵ ਜੇ ਉਹ ਤੁਹਾਡੇ ਅੰਦਰ ਐਸੀ ਚੇਂਜਸ ਲਿਆ ਦੇਵੇ। ਇਸ ਦੀ ਸਭ ਤੋਂ ਵੱਡੀ ਉਦਾਹਰਨ ਇੱਕ ਮੱਛੀ ਹੈ, ਬਹੁਤ ਹੋਣਗੀਆਂ ਪਰ ਜਿੰਨਾ ਕੁ ਸਾਇੰਸ ਨੇ ਤਾਂ ਆਪਾਂ ਨੂੰ TV 'ਤੇ ਦੇਖਿਆ, ਆਪਾਂ ਉਨੀ ਕੁ ਗੱਲ ਕਰਦੇ ਹਾਂ। ਇੱਕ ਮੱਛੀ ਹੈ, ਜਦ ਉਹ ਦੇਖਿਓ ਕਿਸੇ TV 'ਤੇ ਵੀ ਤੁਸੀਂ, ਜਦੋਂ ਮੀਂਹ ਦਾ ਮੌਸਮ ਖਤਮ ਹੋਣ ਲੱਗਦਾ, ਪਾਣੀ ਸੁੱਕਣ ਲੱਗਦੇ ਨੇ, ਉਹ ਮੱਛੀ ਮਿੱਟੀ 'ਚ ਧੱਸ ਜਾਂਦੀ ਹੈ, ਬਿਲਕੁਲ ਐਂਡ ਤੱਕ ਚਿੱਕੜ 'ਚ ਪੱਥਰ ਰੂਪ ਹੋ ਜਾਂਦੀ ਹੈ। ਜਿਵੇਂ ਪੱਥਰ ਨਹੀਂ ਹੁੰਦਾ, ਪੱਥਰ ਦੇਖਿਆ ਨਾ ਕਿੰਨਾ ਕੈੜਾ ਹੁੰਦਾ, ਪੱਥਰ ਦਾ ਰੂਪ ਆ। ਤੁਸੀਂ ਚਾਹੇ ਉਹਨੂੰ ਐਂ ਕਰਕੇ ਤੋੜ ਲਓ, ਪੱਥਰ ਵਾਂਗੂ ਨਿਕਲੂਗੀ ਬਾਹਰ। ਪਰ ਜਦੋਂ 6 ਮਹੀਨੇ ਬਾਅਦ 3 ਮਹੀਨੇ ਬਾਅਦ ਦੁਬਾਰਾ ਉਸ ਜਗ੍ਹਾ 'ਤੇ ਪਾਣੀ ਆਉਂਦਾ, ਉਹ ਪੱਥਰ ਤੋਂ ਫਿਰ ਜੀਵਤ ਹੋ ਜਾਂਦੀ ਹੈ। ਹੁਣ ਮੈਨੂੰ ਨਾਮ ਨਹੀਂ ਯਾਦ ਰਿਹਾ ਉਸ ਮੱਛੀ ਦਾ, TV 'ਤੇ ਦੇਖੋ ਕੱਢ ਕੇ ਤੁਸੀਂ, ਉਹ ਅੱਡੀ ਲੰਬੀ ਜਿਹੀ ਅੰਨੀ ਕੁ ਹੁੰਦੀ ਹੈ ਬਸ। ਉਹ ਐਂ ਹੈ ਹਾਂ, ਉਹ ਐਂ ਜੇ ਕਰਕੇ ਨਾ ਬਸ ਜਦੋਂ ਚਿੱਕੜ ਬਣਿਆ ਹੁੰਦਾ, ਚਿੱਕੜ ਦੇ ਵਿੱਚ ਧੱਸੀ ਜਾਂਦੀ ਹੈ। ਜਦੋਂ ਉਹਨੂੰ ਲੱਗਦਾ ਵੀ ਪਾਣੀ ਖਤਮ ਹੋ ਰਿਹਾ, ਵੀ ਪਾਣੀ ਘਟ ਗਿਆ ਉਹਦੇ ਸਿਸਟਮ 'ਚ, ਬਸ ਫਿਰ ਉਹ ਆਪਣੇ ਆਪ ਨੂੰ ਬਿਨਾਂ ਸਾਹਾਂ ਤੋਂ ਕਰ ਲੈਂਦੀ ਹੈ। ਦੇਖੋ TV 'ਤੇ ਦੇਖੋ ਲਾ ਕੇ ਡਿਸਕਵਰੀ 'ਤੇ, ਜਦੋਂ ਫਿਰ 3 ਮਹੀਨੇ 4 ਮਹੀਨੇ 6 ਮਹੀਨੇ ਮੀਂਹ ਪੈਂਦੇ ਨੇ, ਉਹ ਸਾਰੀਆਂ ਮੱਛੀਆਂ ਫਿਰ ਪੱਥਰ ਤੋਂ ਮਿੱਟੀ 'ਚੋਂ ਬਾਹਰ ਨਿਕਲ ਜਾਂਦੀਆਂ ਨੇ। ਤੁਸੀਂ ਦੇਖੋ, ਇੱਕ ਤਾਂ ਹੁੰਦਾ ਵੀ ਚਲੋ ਵੀ ਉਹਨੇ ਖੱਡ ਬਣਾ ਕੇ ਰਹਿਣ ਲੱਗ ਗਈ, ਖੱਡ ਨਹੀਂ ਬਣਾ ਕੇ ਰਹਿਣ ਲੱਗੀ ਮੱਛੀ, ਉਹ ਪੱਥਰ ਵਰਗੀ ਬਣੀ ਹੁੰਦੀ ਹੈ, ਜੰਮੀ ਹੁੰਦੀ ਹੈ ਮਿੱਟੀ 'ਚ। ਜਿਵੇਂ ਕਿਸੇ ਕੀੜੇ ਨੂੰ ਮਿੱਟੀ 'ਚ ਆਪਾਂ ਗੁੰਨ ਦਈਏ ਅਤੇ ਉਹ ਸੁਕਾ ਦਈਏ ਮਿੱਟੀ ਨੂੰ, ਕੀੜਾ ਤਾਂ ਮਰ ਜੂਗਾ ਪਰ ਉਹ ਮੱਛੀ ਨਹੀਂ ਮਰਦੀ। ਜੇ ਪਰਮਾਤਮਾ ਚਾਹਵੇ, ਅਗਰ ਉਹ ਸੰਰਚਨਾ ਨੂੰ ਚੇਂਜ ਕਰਨਾ ਚਾਹਵੇ, ਕਰ ਸਕਦਾ ਹੈ। ਸਾਹਾਂ ਦੀ ਵੀ ਕੀ ਮੁਹਤਾਜੀ, ਉਹ ਕੀਤਾ ਹੋਇਆ ਮੱਛੀ ਦੇਖ ਸਕਦੇ ਹੋ। ਫਿਰ ਕਿਉਂ ਨਹੀਂ ਅਸੀਂ ਉਸ ਪਰਮਾਤਮਾ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਦੇ।
ਨਾਨਕ ਜਿਉਂ ਜਿਉਂ ਸੱਚੇ ਪਾਵੈ ਤਿਉਂ ਤਿਉਂ ਦੇ ਗਿਰਾ। ਹੈ ਨਾਨਕ ਜੀ ਕਹਿੰਦੇ ਨੇ ਜਿਵੇਂ ਜਿਵੇਂ ਉਸ ਪ੍ਰਭੂ ਦੀ ਰਜ਼ਾ ਹੈ, ਭਾਵ ਜਿਵੇਂ ਜਿਵੇਂ ਇੱਥੇ ਦੇਖੋ ਸਮਝਣ ਦੀ ਕਹਾਣੀ ਧਿਆਨ ਦਿਓ। ਰਜ਼ਾ ਦਾ ਮਤਲਬ ਜਿਵੇਂ ਜਿਵੇਂ ਪ੍ਰਮਾਤਮਾ ਨੇ ਹੁਕਮ ਤੇ ਨਿਯਮ ਬਣਾਏ ਨੇ ਤਿਵੇਂ ਤਿਵੇਂ ਹੀ ਜੀਵ ਰੋਟੀ ਖਾ ਰਹੇ ਹਨ, ਉਹੋ ਜਿਹੀ ਉਹ ਰੋਟੀ ਉਹ ਖਾ ਰਹੇ ਹਨ। ਆਪਾਂ ਰੋਟੀ ਖਾਂਦੇ ਹਾਂ, ਦੇਖੋ ਆਪਾਂ ਪਾਣੀ ਪੀਂਦੇ ਹਾਂ, ਰੋਟੀ ਖਾਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਸਾਫ਼ ਸੁਥਰੀ ਮਿਲੇ। ਕਦੇ ਕੋਈ ਜਾਨਵਰ ਦੇਖਿਆ ਵੀ ਉਹ ਸੋਚ ਰਿਹਾ ਹੋਵੇ ਸਾਫ਼ ਸੁਥਰੀ ਮਿਲੇ, ਜਿਹੇ ਜਿਹੀ ਉਹਦੀ ਬੁੱਧੀ ਲਾਤੀ ਹੋਏ ਜਾ ਖਾ ਰਿਹਾ। ਇੱਕ ਮਗਰਮੱਛ ਹੈ, ਉਹ ਆਪਣੇ ਤਰੀਕੇ ਨਾਲ ਰੋਟੀ ਖਾ ਰਿਹਾ। ਇੱਕ ਹਿਰਨ ਉਹ ਆਪਣੇ ਤਰੀਕੇ ਨਾਲ ਖਾ ਰਿਹਾ, ਜਿਹੀ ਜੀ ਪ੍ਰਮਾਤਮਾ ਨੇ ਨਿਯਮ ਤੇ ਰਜ਼ਾ ਪੈਦਾ ਕੀਤੀ ਹੈ, ਉਸੇ ਤਰੀਕੇ ਨਾਲ ਉਹ ਵਿਅਕਤੀ ਰੋਟੀ ਖਾ ਰਹੇ ਹਨ। ਗ੍ਰਾਹੀ ਖਾ ਰਹੇ, ਗਿਰਾ ਦਾ ਮਤਲਬ ਅਨਾਜ, ਗ੍ਰਾਹੀ ਕਹਿੰਦੇ ਗ੍ਰਾਹੀ, ਉਹ ਖਾ ਰਹੇ ਹਨ। ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝੋ। ਉਸ ਪ੍ਰਮਾਤਮਾ ਨੂੰ ਥੋੜ੍ਹਾ ਜਿਹਾ ਅਸੀਂ ਇੱਕਮਿਕ ਹੋਣ ਦੀ ਕੋਸ਼ਿਸ਼ ਕਰਨ ਲਈ ਮਿਹਨਤ ਕਰੀਏ। ਮਹਿਲਾ ਪਹਿਲਾ। ਇੱਕ ਮਾਸਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮਹਿ ਮਿੱਟੀਆਂ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨ ਕੋਏ, ਨਾਨਕ ਮੁਠੇ ਜਾਹੇ ਨਾਹੀ ਮਨ ਸੋਏ। ਦੇਖੋ ਜੀ ਕਾ ਖਾਲਸਾ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਫਿਰ ਸਾਨੂੰ ਗੱਲ ਸਮਝਾ ਰਹੇ ਨੇ ਦੂਜੇ ਸ਼ਲੋਕ ਦੇ ਵਿੱਚ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹੇ। ਤ੍ਰਿਣ ਦਾ ਮਤਲਬ ਉਹੀ ਘਾਹ ਪੱਤੀਆਂ, ਠੀਕ ਹੈ ਜੀ। ਕਈ ਜੀਵ ਮਾਸ ਖਾਣ ਵਾਲੇ ਹਨ ਅਤੇ ਕਈ ਘਾਹ ਖਾਂਦੇ ਹਨ। ਕਿਉਂਕਿ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਨਾ ਵੀ ਇਹ ਜਿਹੜੇ ਸ਼ਲੋਕ ਨੇ ਗੁਰੂ ਨਾਨਕ ਪਾਤਸ਼ਾਹ ਨੇ ਅਲੱਗ-ਅਲੱਗ ਸਮੇਂ ਉਚਾਰੇ ਹੋਏ ਨੇ, ਪਰ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਜਿਹੜੇ ਸ਼ਲੋਕ ਮਿਲਦੇ ਸੀ ਇੱਕ ਭਾਵ ਰੱਖਦੇ ਸੀ, ਉਹਨੂੰ ਇੱਕ ਜਗ੍ਹਾ 'ਤੇ ਇਕੱਠਾ ਕੀਤਾ, ਠੀਕ ਹੈ ਜੀ। ਇੱਕ ਨਾ ਛਤ ਹੀ ਅੰਮ੍ਰਿਤ ਪਾਹੇ। ਕਈ ਪ੍ਰਾਣੀਆਂ ਨੂੰ ਕਈ ਕਿਸਮਾਂ ਦੇ ਸਵਾਦਲੇ ਭੋਜਨ ਮਿਲਦੇ ਹਨ, ਕਈ ਖਾਂਦੇ ਨੇ ਨਾ ਅਲੱਗ-ਅਲੱਗ ਤਰ੍ਹਾਂ ਦੇ, ਪਰ ਕਹਿੰਦੇ ਗੁਰੂ ਜੀ ਕਹਿੰਦੇ ਤੈਨੂੰ ਜਿੱਥੇ ਪ੍ਰਮਾਤਮਾ ਨੇ ਰੱਖਿਆ ਹੈ ਤੂੰ ਮਿਹਨਤ ਕਰਕੇ ਅੱਗੇ ਵੱਧ, ਉਸਦੇ ਓਟ ਆਸਰੇ ਨਾਲ ਅੱਗੇ ਵੱਧ, ਪਰ ਕਿਸੇ ਨੂੰ ਦੇਖ ਕੇ ਈਰਖਾ ਪੈਦਾ ਨਾ ਕਰ ਕਿ ਉਹ ਕੀ ਖਾ ਰਿਹਾ ਤੇ ਕੀ ਪਾ ਰਿਹਾ ਹੈ। ਆਪਣੀ ਮਿਹਨਤ ਨਾਲ ਅੱਗੇ ਵਧੋ, ਕੁਛ ਵੀ ਕਰੋ, ਆਪਣੇ ਜੀਵਨ ਨੂੰ ਉਸ ਤਰੀਕੇ ਦਾ ਬਣਾਓ, ਠੀਕ ਹੈ ਜੀ। ਤਾਂ ਇਹ ਗੁਰੂ ਸਾਨੂੰ ਫਿਰ ਰਜਾ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ। ਇੱਕ ਮਿੱਟੀਆ ਮਹਿ ਮਿੱਟੀਆਂ ਖਾਹੇ। ਅਤੇ ਕਈ ਮਿੱਟੀ ਵਿੱਚ ਰਹਿ ਕੇ ਮਿੱਟੀ ਹੀ ਖਾਂਦੇ ਹਨ, ਕਹਿੰਦੇ ਨਾ ਮਿੱਟੀ ਦੇ ਕੀੜੇ। ਜਿਵੇਂ ਆਪਾਂ ਸਭ ਤੋਂ ਵੱਡਾ ਤਾਂ ਉਹਨੂੰ ਦੇਖ ਲਓ, ਗੰਡ ਗੰਡੋਏ, ਉਹ ਮਿੱਟੀ ਦੇ ਵਿੱਚ ਜੇ ਪੈਦਾ ਹੋ ਜਾਂਦੇ ਨੇ, ਮਿੱਟੀ 'ਚ ਰਹੀ ਜਾਂਦੇ ਨੇ, ਮਿੱਟੀ 'ਚ ਜੀ ਜਾਂਦੇ ਨੇ। ਬਾਕੀ ਤਾਂ ਆਪਾਂ ਨੂੰ ਨਹੀਂ ਪਤਾ ਜ਼ਿਆਦਾ, ਜਿੰਨੀ ਕੁ ਆਪਾਂ ਦੇਖਦੇ ਹਾਂ ਆਪਣੇ ਬੂਟਿਆਂ ਬਾਟਿਆਂ 'ਚ। ਠੀਕ ਹੈ ਜੀ। ਇੱਦਾਂ ਤੁਸੀਂ ਦੇਖੋ ਪ੍ਰਮਾਤਮਾ ਕੀ ਕੀ ਕਰਦਾ ਹੈ, ਉਹਦੀ ਕੀ ਕੀ ਤਾਕਤਾਂ ਨੇ, ਉਸਦੇ ਨਿਯਮ ਕੀ ਕੀ ਨੇ। ਪਰ ਅਸੀਂ ਇਹਨੂੰ ਪਖੰਡਵਾਦ 'ਚ ਨਹੀਂ ਲੈ ਕੇ ਜਾਣਾ, ਕਰਮਕਾਂਡ 'ਚ ਨਹੀਂ ਲੈ ਕੇ ਜਾਣਾ, ਪੁਜਾਰੀ ਸਿਸਟਮ 'ਚ, ਬਾਬਿਆਂ ਦੇ ਸਿਸਟਮ 'ਚ ਨਹੀਂ ਲੈ ਕੇ ਜਾਣਾ। ਉਹ ਤੁਹਾਨੂੰ ਡਰਾਈ ਜਾਂਦੇ ਨੇ, ਆਪਾਂ ਨੂੰ ਹੋਰੇ ਕੁਛ ਕਰਾਈ ਜਾਂਦੇ ਨੇ ਆਪਣੇ ਤੋਂ, ਠੀਕ ਹੈ ਜੀ। ਤਾਂ ਗੁਰੂ ਜੀ ਤਾਂ ਪ੍ਰਮਾਤਮਾ ਦੀਆਂ ਅਲੱਗ-ਅਲੱਗ ਦਾਤਾਵਾਂ ਦਿਖਾ ਰਹੇ ਨੇ ਵੀ ਕਿਵੇਂ ਸੰਸਾਰ ਦੇ ਵਿੱਚ ਹੋ ਰਿਹਾ, ਇਸ ਦੁਨੀਆ 'ਚ ਕਿਵੇਂ ਕਿਵੇਂ ਹੋ ਰਿਹਾ, ਕਿਸੇ ਸਮਝ ਤੋਂ ਪਰੇ ਆ ਗੱਲਾਂ ਇਹ। ਇੱਕ ਪੌਣ ਸੁਮਾਰੀ ਪੌਣ ਸੁਮਾਰ। ਕਈ ਹਵਾ ਵਿੱਚ ਹੀ ਰਹਿ ਕੇ ਹਵਾ ਹੀ ਯੂਜ਼ ਕਰਕੇ ਜ਼ਿੰਦਗੀ ਜੀ ਜਾਂਦੇ ਹਨ, ਭਾਵ ਕਈ ਅਭਿਆਸੀ ਵੀ ਹੁੰਦੇ ਨੇ। ਅਭਿਆਸੀ ਮਤਲਬ ਹਵਾ 'ਚ ਸਾਹ ਲੈ ਕੇ ਵੀ ਰੋਟੀ ਨਹੀਂ ਖਾਣੀ 2 ਦਿਨ 3 ਦਿਨ, ਸਰੀਰ ਦਾ ਅਭਿਆਸ ਕਰ ਲੈਂਦੇ ਨੇ। ਇੱਦਾਂ ਕਿਉਂਕਿ ਤਾਕਤ ਹੈ ਨਾ ਇਹਦੇ ਵਿੱਚ, ਇਹਨੂੰ ਜਿਵੇਂ ਦਾ ਬਣਾਓਗੇ ਉਵੇਂ ਦਾ ਬਣ ਜਾਣਾ। ਇਨਸਾਨ ਬਣਾਉਣਾ ਜਾਂ ਅਜੀਬੋ ਗਰੀਬ ਕੋਈ ਚੀਜ਼ ਬਣਾਉਣਾ ਆਪਾਂ ਨੂੰ ਆਪਣੇ ਹੱਥ 'ਚ ਹੈ, ਠੀਕ ਹੈ ਜੀ। ਇੱਕ ਨਿਰੰਕਾਰੀ ਨਾਮ ਆਧਾਰ।
ਨਿਰੰਕਾਰੀ ਭਾਵ ਜਿਹੜੇ ਪਰਮਾਤਮਾ ਨਿਰਾਕਾਰ, ਨਿਰੰਕਾਰੀ ਦਾ ਨਿਰਾਕਾਰ, ਜਿਸ ਦਾ ਕੋਈ ਆਕਾਰ ਨਹੀਂ ਹੈ, ਜੋ ਉਸ ਦੇ ਪੁਜਾਰੀ ਹਨ, ਉਸ ਨਾਲ ਜੁੜਨ ਵਾਲੇ ਹਨ, ਉਹ ਸਿਰਫ ਉਸ ਦੀਆਂ ਸਿੱਖਿਆਵਾਂ, ਉਸ ਦੇ ਨਿਯਮਾਂ, ਉਸ ਦੇ ਹੁਕਮਾਂ, ਨਾਮ ਦਾ ਮਤਲਬ ਉਸ ਦਾ ਸੱਚ, ਉਸ ਦੀਆਂ ਸਿੱਖਿਆਵਾਂ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲਦੇ ਹਨ। ਜੀਵੈ ਦਾਤਾ ਮਰੈ ਨ ਕੋਏ, ਜੀਵੈ ਦਾਤਾ, ਜੇ ਮਨੁੱਖ ਇਹ ਮੰਨਦਾ ਹੈ ਕਿ ਸਿਰ ਤੇ ਦਾਤਾ ਰਾਖਾ ਹੈ ਤਾਂ ਉਸ ਨੂੰ ਕਦੇ ਵੀ ਆਤਮਿਕ ਮੌਤ ਨਹੀਂ ਆਉਂਦੀ। ਜਿਸ ਨੂੰ ਇਹ ਮਹਿਸੂਸ ਹੋਣ ਲੱਗ ਜਾਵੇ ਮੇਰੇ ਸਿਰ ਤੇ ਉਹ ਪਰਮਪਿਤਾ ਪਰਮਾਤਮਾ ਹਮੇਸ਼ਾ ਹੈ, ਉਸ ਨੂੰ ਕਦੇ ਵੀ ਆਤਮਿਕ ਮੌਤ, ਹੁਣ ਆਤਮਿਕ ਮੌਤ ਦਾ ਮਤਲਬ ਕੀ ਹੈ? ਨਾ ਤਾਂ ਉਹ ਫਿਰ ਡਰ 'ਚ ਜ਼ਿੰਦਗੀ ਜਿੰਦਾ, ਨਾ ਉਹ ਲਾਲਚ ਜ਼ਿੰਦਗੀ ਜਿੰਦਾ, ਨਾ ਉਹ ਚਾਪਲੂਸੀਆਂ ਕਰਦਾ ਕਿਸੇ ਦੀਆਂ। ਉਹਨੂੰ ਪਤਾ ਹੈ ਕਿ ਮੈਨੇ ਤਾਂ ਸਿਰਫ ਉਸ ਦਾਤਾ ਤੋਂ ਹੀ ਮੇਰੇ ਸਿਰ 'ਤੇ ਹੈ, ਮੈਂ ਤਾਂ ਆਪਣੀ ਮਿਹਨਤ ਕਰਕੇ ਉਸ ਸੱਚੇ ਪਰਮਾਤਮਾ ਜੁੜ ਕੇ ਆਪਣਾ ਜੀਵਨ ਜੀਣਾ। ਉਹਨੂੰ ਫਿਰ ਕਿਸੇ ਦੀ ਮੁਹਤਾਜੀ ਨਹੀਂ ਹੁੰਦੀ, ਉਹ ਆਪਣੇ ਜ਼ਿੰਮੇਵਾਰੀ ਨਾਲ ਇਹ ਜੀਵਨ ਨੂੰ ਜਿਉਂਦੇ ਹਨ। ਪਰ ਉਹਨਾਂ ਦੀ ਆਤਮਾ ਮਰਦੀ ਨਹੀਂ, ਭਾਵ ਆਤਮਾ ਦਾ ਮਰਦੀ ਉਹਦੀ ਹੈ ਨਾ ਜਿਹੜਾ ਲਾਲਚ 'ਚ ਆ ਜਾਵੇ, ਡਰ 'ਚ ਆ ਜਾਵੇ, ਵਹਿਮਾਂ ਭਰਮਾਂ 'ਚ ਆ ਜਾਵੇ, ਉਸ ਦੀ ਆਤਮਾ ਮਰ ਜਾਂਦੀ ਹੈ। ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ, ਮੁੱਠੇ ਜਾਹੇ ਮਨ ਠੱਗੇ ਜਾਂਦੇ ਹਨ। ਨਾਨਕ ਜੀ ਕਹਿੰਦੇ, ਇਹ ਨਾਨਕ ਉਹ ਜੀਵ ਠੱਗੇ ਜਾਂਦੇ ਹਨ ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰਭੂ ਨਹੀਂ ਹੈ, ਜਿਹੜੇ ਉਸ ਪ੍ਰਭੂ ਦੇ ਸੱਚ ਨੂੰ ਨਹੀਂ ਸਮਝ ਪਾਉਂਦੇ, ਗੁਰੂ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਆਪਣੇ ਅੰਦਰ ਨਹੀਂ ਧਾਰਨ ਕਰ ਪਾਉਂਦੇ, ਨਹੀਂ ਸਮਝ ਪਾਉਂਦੇ, ਉਹ ਇਸ ਜੀਵਨ ਦੀ ਬਾਜੀ ਵਿੱਚ ਠੱਗੇ ਜਾਂਦੇ ਹਨ। ਹੁਣ ਪੌੜੀ ਆਏਗੀ ਜੀ ਸ਼ਬਦ ਦੇ ਵਿੱਚ, ਪੌੜੀ ਪੂਰੇ ਗੁਰ ਕੀ ਕਾਰ, ਕਰਮ ਕਮਾਈਐ, ਗੁਰਮਤੀ ਆਪ ਗਵਾਏ, ਨਾਮ ਧਿਆਈਐ, ਦੂਜੀ ਕਾਰੈ ਲਗ ਜਨਮ ਗਵਾਈਐ, ਵਿਨ ਨਾਵੈ ਸਭ ਵਿਸ ਪੈਜੈ ਖਾਈਐ, ਵਿਸ, ਵਿਸ ਨਹੀਂ, ਵਿਸ ਜ਼ਹਿਰ। ਸੱਚਾ ਸ਼ਬਦ ਸਾਲਾਹਾ ਸੱਚ ਸਮਾਈਐ, ਵਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਆਈਐ, ਦੁਨੀਆ ਖੋਟੀ ਰਾਸ, ਕੂੜ ਕਮਾਈਐ, ਨਾਨਕ ਸੱਚ ਖਰਾ ਸਾਲਾ, ਪਤ ਸਿਉ ਜਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦੇਖੋ, ਹਰ ਇੱਕ ਸ਼ਬਦ, ਹਰ ਇੱਕ ਪੰਕਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਡੀਆਂ ਇਹ ਸੁੱਤੀਆਂ ਪਈਆਂ ਦਿਮਾਗ ਦੀਆਂ ਅੱਖਾਂ ਨੂੰ ਖੋਲ੍ਹ ਰਹੇ ਨੇ। ਪਰ ਅਸੀਂ ਇੰਨੇ ਢੀਠ ਹੋ ਚੁੱਕੇ ਹਾਂ, ਪੱਥਰ ਦੇ ਬਣ ਚੁੱਕੇ ਹਾਂ ਕਿ ਅਸੀਂ ਇਸ ਤਾਜ਼ੀ ਹਵਾ 'ਚ ਸਾਹ ਲੈਣਾ ਹੀ ਨਹੀਂ ਚਾਹੁੰਦੇ, ਇਸ ਆਨੰਦਮਈ ਹਵਾ 'ਚ ਸਾਹ ਲੈਣਾ ਹੀ ਨਹੀਂ ਚਾਹੁੰਦੇ। ਅਸੀਂ ਆਪਣੇ ਆਪ ਨੂੰ ਲੁਟਾ ਕੇ ਖੁਸ਼ ਹਾਂ, ਡੇਰਿਆਂ ਕੋਲੋਂ, ਪੁਜਾਰੀਆਂ ਕੋਲੋਂ, ਪਖੰਡੀਆਂ ਕੋਲੋਂ, ਕਰਮਕਾਂਡੀਆਂ ਕੋਲੋਂ ਅਸੀਂ ਆਪਣੇ ਜੀਵਨ ਨੂੰ ਲੁਟਾ ਕੇ ਖੁਸ਼ ਹੁੰਦੇ ਹਾਂ। ਹੁਣ ਦੇਖੋ, ਗੁਰੂ ਨਾਨਕ ਪਾਤਸ਼ਾਹ ਸਾਨੂੰ ਇਸ ਪੌੜੀ ਵਿੱਚ ਕਿਵੇਂ ਸਮਝਾ ਰਹੇ ਨੇ। ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਪੂਰੇ ਸਤਿਗੁਰੂ ਦੁਆਰਾ ਦੱਸੇ ਹੋਏ ਕੰਮਾਂ ਨਾਲ ਹੀ ਕਰਮ ਕਮਾਈਐ, ਅਸਲੀ ਕਮਾਈ ਕੀਤੀ ਜਾ ਸਕਦੀ ਹੈ। ਕਰਮ ਕਮਾਈਐ, ਆਪਣੇ ਕਰਮਾਂ ਨੂੰ ਕੀਤਾ ਜਾ ਸਕਦਾ ਹੈ, ਅਸਲੀ ਜੀਵਨ ਜਾਂਚ ਸਿੱਖੀ ਜਾ ਸਕਦੀ ਹੈ। ਕਿਹਦੇ ਦੁਆਰਾ? ਪੂਰੇ ਸਤਿਗੁਰੂ ਦੁਆਰਾ ਦੱਸੇ ਹੋਏ ਰਾਹ ਦੁਆਰਾ। ਹੁਣ ਪੂਰੇ ਸਤਿਗੁਰੂ ਕੌਣ ਨੇ ਆਪਣੇ ਜੀ? ਗੁਰੂ ਗ੍ਰੰਥ ਸਾਹਿਬ ਜੀ।
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤਾਂ ਪੁੱਛ ਹੀ ਨਹੀਂ ਰਹੇ ਬਹਿ ਕੇ ਵੀ ਸਾਨੂੰ ਕੈਸਾ ਜੀਵਨ ਜੀਣਾ ਚਾਹੀਦਾ ਹੈ। ਅਸੀਂ ਕਿਹਨੂੰ ਪੁੱਛਦੇ ਹਾਂ? ਬਾਬਿਆਂ ਨੂੰ, ਡੇਰੇ ਵਾਲਿਆਂ ਨੂੰ, ਜਿਨ੍ਹਾਂ ਦੀ ਆਪਣੀ ਜੀਵਨ ਸ਼ੈਲੀ ਅਜੀਬ ਜੀ ਬਣੀ ਹੁੰਦੀ ਹੈ, ਜਿਹਨੂੰ ਆਪ ਹੀ ਨਹੀਂ ਪਤਾ ਕਿ ਪਰਿਵਾਰ ਕਿਵੇਂ ਚਲਾਉਣਾ ਹੈ। ਅਸੀਂ ਉਹਨਾਂ ਨੂੰ ਇਹ ਚੀਜ਼ਾਂ ਜਾ ਕੇ ਪੁੱਛਦੇ ਹਾਂ। ਤਾਂ ਹੀ ਸਾਡਾ ਜੀਵਨ ਸਾਰਿਆਂ ਦਾ ਘਰ ਘਰ ਵਿੱਚ ਅਸਤ ਵਿਅਸਤ ਹੋਇਆ ਪਿਆ, ਕਿਉਂਕਿ ਕਦੀ ਬਹਿ ਕੇ ਗੁਰੂ ਨਾਨਕ ਜੀ ਤੋਂ ਪੁੱਛੇ ਹੀ ਨਹੀਂ ਕਿ ਅਸੀਂ ਕਿਹੋ ਜਿਹੇ ਹੋਣੇ ਚਾਹੀਦੇ ਸੀ, ਸਾਡਾ ਇੱਕ ਦੂਜੇ ਨਾਲ ਰਹਿਣਾ ਸਹਿਣਾ, ਉੱਠਣਾ ਬੈਠਣਾ ਕਿਹੋ ਜਿਹਾ ਹੋਣਾ ਚਾਹੀਦਾ ਸੀ। ਗੁਰੂ ਨਾਨਕ ਜੀ ਨੂੰ ਪੁੱਛਾਂਗੇ ਤਾਂ ਦੱਸ ਹੀ ਰਹੇ ਨੇ ਹਰ ਇੱਕ ਸ਼ਬਦ ਦੇ ਵਿੱਚ, ਆਪ ਗਵਾਏ ਨਾਮ ਧਿਆਈਐ। ਜਦੋਂ ਆਪਾ ਭਾਵ ਗਵਾ ਕੇ ਪ੍ਰਭੂ ਦੀ ਸਿੱਖਿਆਵਾਂ 'ਤੇ ਚੱਲਦੇ ਹਾਂ, ਨਾਮ ਧਿਆਈਐ ਮਤਲਬ ਪ੍ਰਭੂ ਦੁਆਰਾ ਦੱਸੀਆਂ ਹੋਈਆਂ, ਗੁਰੂ ਦੁਆਰਾ ਦੱਸੀਆਂ ਹੋਈਆਂ ਸਿੱਖਿਆਵਾਂ ਨੂੰ ਧਾਰਨ ਕਰਦੇ ਹਾਂ। ਆਪਾ ਭਾਵ ਗਵਾ ਕੇ, ਆਪਾ ਭਾਵ ਦਾ ਮਤਲਬ ਕੀ ਹੈ ਜੀ? ਆਪਾ ਭਾਵ ਗਵਾ ਕੇ ਦਾ ਮਤਲਬ ਕੀ ਹੈ? ਹਉਮੈ ਗਵਾ ਕੇ ਕਿ ਮੈਨੂੰ ਸਭ ਕੁਝ ਆਉਂਦਾ ਹੈ। ਚੰਗੀ ਗੱਲ ਨੂੰ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਡੇ ਅੰਦਰ ਪਰਿਵਰਤਨ ਆਉਂਦੇ ਨੇ। ਤਾਂ ਜੇ ਅਸੀਂ ਅੜੇ ਰਹਾਂਗੇ ਢਿੱਠਾ ਵਾਂਗੂ, ਫਿਰ ਜੇ ਅਸੀਂ ਨਹੀਂ ਬਦਲਣਾ, ਫਿਰ ਜਿੰਨੇ ਮਰਜ਼ੀ ਤੀਰਥ ਨਹਾ ਲਓ ਜਾ ਕੇ, ਜਿੰਨੇ ਮਰਜ਼ੀ ਜਾ ਕੇ ਡੇਰਿਆਂ ਦੀਆਂ ਪਰਿਕਰਮਾ ਕਰ ਲਓ, ਜਿੰਨਾ ਸਵੇਰੇ ਸ਼ਾਮ ਨਿਤਨੇਮ ਕਰ ਲਓ, ਜੇ ਅਸੀਂ ਇਹ ਢੀਠਪਣਾ ਕਰ ਦਿੱਤਾ ਵੀ ਅਸੀਂ ਬਦਲਣਾ ਨਹੀਂ ਹੈ, ਬਸ ਸਾਡੇ ਤੋਂ ਬਾਹਰੋਂ ਜੋ ਮਰਜ਼ੀ ਕਰਵਾ ਲਓ, ਫਿਰ ਲੱਗੇ ਰਹੋ। ਤਾਂ ਹੀ ਤਾਂ ਸਾਡਾ ਪੰਜਾਬ ਉੱਜੜ ਰਿਹਾ। ਸਾਡੇ ਬੱਚੇ ਬਾਹਰ ਜਾ ਰਹੇ ਨੇ, ਬਾਹਰ ਜਾ ਕੇ ਵੀ ਫਿਰ ਭੇਦਭਾਵ ਸਾਡੇ ਨਾਲ ਦੇਖੋ ਅਖਬਾਰਾਂ 'ਚ ਆਏ ਰਹੇ ਨਾ, ਉੱਥੇ ਜਾ ਕੇ ਵੀ ਅਸੀਂ ਭੇਦਭਾਵ ਦਾ ਸ਼ਿਕਾਰ ਹੁੰਦੇ ਹਾਂ, ਨਸਲਵਾਦ ਦਾ ਸ਼ਿਕਾਰ ਹੁੰਦੇ ਹਾਂ। ਆਪਣੀ ਧਰਤੀ ਨੂੰ ਵੀ ਉਰੇ ਵਧੀਆ ਨਹੀਂ ਬਣਾਇਆ, ਉਰੇ ਮਿਹਨਤਾਂ ਨਹੀਂ ਕੀਤੀਆਂ, ਉਰੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਵਰਗਾ ਨਹੀਂ ਬਣਾਇਆ। ਨਹੀਂ ਅਸੀਂ ਆਪਣੇ ਪੰਜਾਬ ਨੂੰ ਹੀ ਦੁਨੀਆ ਤੋਂ ਸਭ ਤੋਂ ਵਧੀਆ ਬਣਾ ਲੈਂਦੇ, ਧਰਤੀ ਨੂੰ ਬਚਾ ਲੈਂਦੇ। ਉਰੇ ਤਾਂ ਅਸੀਂ ਧਰਤੀ 'ਚ ਗੰਦ ਪਾਤਾ, ਬੋਲ ਕਰਕੇ ਗੰਦੇ ਸਾਫ਼ ਪਾਣੀ ਨੂੰ ਗੰਦਾ ਕਰ ਲਿਆ। ਕੋਈ ਬੋਲਦੇ ਹੀ ਨਹੀਂ ਹੈਗੇ ਆਪਾਂ ਇਹ ਚੀਜ਼ਾਂ ਵੱਲ। ਗੁਰਦੁਆਰਿਆਂ ਦੀਆਂ ਡੇਰਿਆਂ ਦੀਆਂ ਸਫਾਈਆਂ ਅਸੀਂ ਬਹੁਤ ਕਰਨ ਲੱਗ ਗਏ ਜਾ ਕੇ, ਪਰ ਜਿਹੜਾ ਪਾਣੀ ਪੀ ਕੇ ਕੈਂਸਰ ਹੋ ਰਿਹਾ ਉਹ ਪਾਣੀ ਦੀ ਸਫਾਈ ਵੱਲ ਅਸੀਂ ਸੋਚ ਨਹੀਂ ਰਹੇ। ਗੁਰੂ ਨਾਨਕ ਪਾਤਸ਼ਾਹ ਤਾਂ ਇਹੀ ਕਹਿੰਦੇ ਨੇ ਵੀ ਇਹਨਾਂ ਨੂੰ ਸਾਫ਼ ਕਰੋ। ਬੋਲੀਆਂ ਬਣਾਈਆਂ, ਸ਼ਹਿਰ ਵਸਾਏ ਵੀ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ, ਪਰ ਅਸੀਂ ਨੇ ਆਪਣੇ ਪੈਰ 'ਤੇ ਆਪ ਹੀ ਕੁਹਾੜੀ ਮਾਰਨੀ ਸ਼ੁਰੂ ਕਰ ਦਿੱਤੀ। ਜਿਸ ਸੋਹਣੇ ਪੰਜਾਬ ਦਰਖਤ ਦੀ ਟਾਹਣੀ 'ਤੇ ਅਸੀਂ ਬੈਠੇ ਹਾਂ, ਉਸੇ ਟਾਹਣੀ ਨੂੰ ਕੱਟਣਾ ਸ਼ੁਰੂ ਕੀਤਾ ਹੋਇਆ ਅਸੀਂ ਨੇ। ਕੱਟੀ ਜਾਂਦੇ ਹਾਂ, ਦੁਖੀ ਹੋਈ ਜਾਂਦੇ ਹਾਂ, ਫਿਰ ਰੌਲਾ ਪਾਈ ਜਾਂਦੇ ਹਾਂ, ਬਦਲ ਫੇਰ ਨਹੀਂ ਰਹੇ। ਇਹ ਸਾਡੇ ਹਾਲਾਤ ਹੋ ਚੁੱਕੇ ਨੇ। ਪਰ ਜਦੋਂ ਆਪਾ ਭਾਵ ਗਵਾ ਕੇ ਹਉਮੈ ਨੂੰ ਖਤਮ ਕਰਾਂਗੇ, ਫਿਰ ਸੱਚ ਅੰਦਰ ਵੜੂਗਾ। ਜਦ ਤੱਕ ਆਪਣੇ 'ਚ ਹੰਕਾਰ ਹੈ ਨਾ, ਸੱਚ ਨਹੀਂ ਅੰਦਰ ਵੜਦਾ, ਫਿਰ ਸਮਝ ਨਹੀਂ ਪੈਂਦੀ ਚੰਗੀ ਗੱਲ ਦੀ, ਤਾਂ ਸਿੱਧੀ ਸਿੱਖਿਆ ਅੰਦਰ ਵੜਦੀ ਹੀ ਨਹੀਂ। ਅਸੀਂ ਦੁੱਖ ਹੋ ਕੇ ਖੁਸ਼ੀ ਹਾਂ। ਆਪਣੇ ਘਰਾਂ ਵੱਲ ਝਾਤੀਆਂ ਮਾਰੋ, ਸਾਰੇ ਘਰ 'ਚ ਦੁੱਖ ਨੇ, ਘਰਾਂ 'ਚ ਕਲੇਸ਼ ਨੇ, ਪਰ ਅਸੀਂ ਉਹਨਾਂ ਕਲੇਸ਼ਾਂ ਵਿੱਚ ਸੁੱਖ ਹਾਂ, ਕਿਉਂਕਿ ਅਸੀਂ ਬਦਲਣਾ ਫਿਰ ਵੀ ਨਹੀਂ ਚਾਹੁੰਦੇ। ਨਹੀਂ, ਬੰਦੇ ਸੱਟ ਵੱਜਦੀ ਉਹ ਬਦਲ ਲੈਂਦਾ, ਹੀ ਭਾਈ ਇਹ ਤਾਂ ਮਤਲਬ ਮੇਰਾ ਰਸਤਾ ਗਲਤ ਸੀ, ਤਾਂ ਹੀ ਮੈਨੂੰ ਠੋਕਰਾਂ ਵੱਜੀਆਂ ਨੇ, ਮੈਂ ਰਸਤਾ ਚੇਂਜ ਕਰਾਂ। ਪਰ ਅਸੀਂ ਫਿਰ ਰਸਤੇ ਚੇਂਜ ਨਹੀਂ ਕਰ ਰਹੇ ਜ਼ਿੰਦਗੀ ਦੇ ਆਪਣੇ। ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਈਸ਼ਟ ਨਹੀਂ ਮੰਨ ਪਾ ਰਹੇ ਦਿਲ ਤੋਂ। ਸਮਝਣ ਦੀ ਬੜੀ ਲੋੜ ਹੈ। ਦੂਜੀ ਕਾਰੈ ਲੱਗ ਜਨਮ ਗਵਾਈਐ, ਦੂਜੀ ਕਾਰੈ ਲੱਗ, ਫਿਰ ਦੂਜੇ ਹੀ ਕਰਮਕਾਂਡਾਂ ਪਖੰਡਾਂ ਦੇ ਵਿੱਚ ਉਲਝ ਕੇ ਇਹ ਜਨਮ ਨੂੰ ਅਸੀਂ ਖਤਮ ਕਰ ਰਹੇ ਹਾਂ। ਜਨਮ ਨੂੰ ਖਰਾਬ ਕਰ ਰਹੇ ਹਾਂ, ਅਜਾਈ ਗਵਾ ਰਹੇ ਹਾਂ। ਵਿਨ ਨਾਵੈ ਸਭ ਵਿਸ ਪੈਜੈ ਖਾਈਐ, ਪੈਜੈ ਖਾਈਐ, ਜੋ ਕੁਝ ਪਹਿਨਦਾ ਹਾਂ ਤੇ ਖਾਈਦਾ ਹੈ। ਪੈਜਾ ਮਤਲਬ ਪਾਣਾ, ਖਾਈਆ ਮਤਲਬ ਖਾਣਾ। ਕਹਿੰਦੇ ਬਿਨਾਂ ਸਿੱਖਿਆਵਾਂ ਤੋਂ, ਹੁਣ ਨਾਵੈ ਦਾ ਮਤਲਬ ਕੀ ਹੈ? ਬਿਨਾਂ ਗੁਰੂ ਦੀ ਸਿੱਖਿਆ ਤੋਂ, ਬਿਨਾਂ ਚੰਗੇ ਕਰਮਾਂ ਤੋਂ, ਗੁਰੂ ਦੇ ਹੁਕਮ ਨੂੰ ਮੰਨੇ ਬਿਨਾਂ ਅਸੀਂ ਜੋ ਕੁਝ ਵੀ ਖਾ ਤੇ ਪਹਿਨ ਰਹੇ ਹਾਂ ਨਾ, ਉਹ ਇੱਕ ਜ਼ਹਿਰ ਦੇ ਸਮਾਨ ਬਣ ਰਹੇ ਆ। ਸਾਨੂੰ ਗੁਰੂ ਗ੍ਰੰਥ ਸਾਹਿਬ ਸਮਝਦੇ ਨਾ ਕੈਸਾ ਖਾਣਾ ਚਾਹੀਦਾ ਹੈ। ਕੈਸਾ ਖਾਣਾ ਚਾਹੀਦਾ ਦੱਸੋ ਬੋਲ ਕੇ ਸਾਰੇ, ਕੈਸਾ ਖਾਣਾ ਚਾਹੀਦਾ ਹੈ? ਫਿਰ ਮੋਮੋ ਦੇ ਵਿੱਚ ਹੈਲਦੀ ਬਣਨ ਦਾ ਕੋਈ ਹੁੰਦਾ ਨਹੀਂ, ਸਮੋਸਿਆਂ ਵਿੱਚ ਵੀ ਨਹੀਂ ਹੁੰਦਾ, ਭਟੂਰਿਆਂ ਵਿੱਚ ਵੀ ਨਹੀਂ ਹੁੰਦਾ, ਹੁੰਦਾ ਉਹਨਾਂ 'ਚ
जो फास्ट फूड आप खाने वो हैल्दी ने? कपड़े कैसे पाने की कोशिश करते हैं आप? बड़े टाइट जीन दियां पैंटां जिहड़ियां लक तो बहुत टाइट ने, शरीर घुट्टिया रहिंदा साडा। ये समझण दीयां लोड़ां ने साडा डाइजैसटिव सिस्टम खराब क्यों हो रहा है। असीं ढिड घुट्टे पे ने अपने बहुत ज़्यादा, ठीक है जी। हुण आपां औरतां दी गल करदे हां, छातियां 'च कैंसर हो रहे ने, ये सानूं कुछ तो गड़बड़ हो रही है साडे तो, जिहड़ी असीं नहीं ध्यान दित्ती जा रही साडे वल्लों। तां ਇਹ ਫਿਰ ਜ਼ਹਿਰ ਬਣ ਜਾਂਦੇ ਨੇ ਇਹ ਜਿਹੇ ਖਾਣੇ ਪੀਣੇ ਕੱਪੜੇ ਪਾਣੇ ਜਿਹੜੇ ਗੁਰੂ ਦੇ ਅਕੋਰਡਿੰਗ ਨਹੀਂ ਹਨ। ਗੁਰੂ ਦਾ ਮਤਲਬ ਗਿਆਨ ਸਹੀ ਅਕੋਰਡਿੰਗ ਨਹੀਂ, ਦਿਖਾਵੇ ਦੇ ਅਕੋਰਡਿੰਗ ਨੇ, ਗੁਰੂ ਦੇ ਅਕੋਰਡਿੰਗ ਨਹੀਂ ਹਨ। ਸੱਚਾ ਸ਼ਬਦ ਸਾਲਾ ਸੱਚ ਸਮਾਈਐ। ਗੁਰੂ ਜੀ ਕਹਿੰਦੇ ਸੱਚਾ ਸ਼ਬਦ ਸਲਾਹ, ਸਤਿਗੁਰ ਦੇ ਸੱਚੇ ਸ਼ਬਦ ਨੂੰ ਵਿਚਾਰਿਆਂ ਸਲਾਹ ਕੀਤਿਆਂ। ਅਗਰ ਸੱਚੇ ਸਤਿਗੁਰੂ ਨਾਲ ਸਲਾਹ ਕਰੀਏ, ਸੱਚਾ ਸ਼ਬਦ ਸਲਾਹ, ਅਗਰ ਆਪਾਂ ਸੱਚੇ ਸ਼ਬਦ ਨਾਲ ਸਲਾਹ ਕਰੀਏ, ਉਸ ਦੀ ਵਿਚਾਰ ਕਰੀਏ ਵੀ ਗੁਰੂ ਜੀ ਦੱਸੋ ਮੈਂ ਕਿਹੋ ਜਿਹਾ ਬਣਾ, ਪਰ ਸੱਚੇ ਸ਼ਬਦ ਨਾਲ ਸਲਾਹ ਕਰਨੀ ਹੈ, ਝੂਠੇ ਸ਼ਬਦਾਂ ਨਾਲ ਨਹੀਂ। ਕਿਹਦੇ ਨਾਲ ਸਲਾਹ ਕਰਨੀ ਹੈ? ਸੱਚਾ ਸ਼ਬਦ ਸਲਾਹ। ਸਲਾਹ ਦਾ ਮਤਲਬ ਉਸ ਦੀ ਉਸਤਤ ਕਰਨਾ। ਉਸਤਤ ਜਿਸ ਦੀ ਉਸ ਦੀ ਉਹ ਕਰੋਗੇ ਨਾ ਜਿਸ ਦੀ ਗੱਲ ਮੰਨੋਗੇ। ਜੇ ਆਪਾਂ ਕਹਿੰਦੇ ਵੀ ਆਹ ਚੀਜ਼ ਤਾਂ ਬੜੀ ਵਧੀਆ ਹੈ, ਫਿਰ ਆਪਾਂ ਉਹਨੂੰ ਵਰਤਣ ਦੀ ਕੋਸ਼ਿਸ਼ ਕਰਦੇ ਹਾਂ ਨਾ। ਜੇ ਵਧੀਆ ਚੀਜ਼ ਹੈ ਫਿਰ ਸੱਚਾ ਸ਼ਬਦ ਸਲਾਹ, ਅਗਰ ਸੱਚੇ ਸ਼ਬਦ ਦੀ ਉਸਤਤ ਕਰਦੇ ਉਸ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਕਦੀ ਆਪਾਂ ਨੇ? ਗੱਲ ਤਾਂ ਤੁਹਾਡੀ ਸਾਰੀ ਠੀਕ ਹੈ, ਪਰ ਮੰਨਣੀ ਇੱਕ ਨਹੀਂ। ਪਰ ਜੇ ਸੱਚਾ ਸ਼ਬਦ ਸਲਾਹ, ਅਗਰ ਸੱਚੇ ਸ਼ਬਦ ਦੀ ਅਸੀਂ ਉਸਤਤ ਕਰਾਂਗੇ, ਸੱਚੇ ਸ਼ਬਦ ਨਾਲ ਅਸੀਂ ਸਲਾਹ ਕਰਾਂਗੇ ਕਿਸੇ ਗੱਲਬਾਤ ਦੀ, ਕੋਈ ਵਿਚਾਰ ਵਟਾਂਦਰਾ ਕਰਾਂਗੇ ਸੱਚੇ ਸ਼ਬਦ ਨਾਲ, ਸੱਚ ਸਮਾਈ ਹੈ, ਅਸੀਂ ਵੀ ਸੱਚ ਵਰਗੇ ਬਣ ਜਾਵਾਂਗੇ। ਅਸੀਂ ਵੀ ਸੱਚ ਵਰਗੇ ਸੱਚ ਸਮਾਈ ਹੈ, ਸੱਚ ਵਿੱਚ ਸਮਾ ਜਾਵਾਂਗੇ, ਸੱਚ ਵਰਗੇ ਬਣ ਜਾਵਾਂਗੇ। ਸੱਚ ਸਾਡੇ ਵਿੱਚ ਸਮਾ ਜਾਵੇਗਾ, ਅਸੀਂ ਸੱਚ ਵਿੱਚ ਸਮਾ ਜਾਵਾਂਗੇ। ਵਿਨ ਸਤਿਗੁਰ ਸੇਵੇ ਨਾਹੀਂ ਸੁਖ ਨਿਵਾਸ, ਪਰ ਬਿਨਾ ਸੱਚੇ ਗੁਰੂ ਨੂੰ ਸੇਵੇ। ਸੇਵੇ ਦਾ ਮਤਲਬ ਗੁਰੂ ਅਨੁਸਾਰ ਜੀਵਨ ਜੀਆਂ, ਬਿਨਾ ਸੱਚੇ ਸਤਿਗੁਰੂ ਦੇ ਅਨੁਸਾਰ ਜ਼ਿੰਦਗੀ ਜੀਤਿਆਂ, ਬਿਨਾ ਸੱਚੇ ਸਤਿਗੁਰ ਦੀ ਸਿੱਖਿਆਵਾਂ 'ਤੇ ਚੱਲਿਆਂ, ਨਾ ਹੀ ਸੁਖ ਨਿਵਾਸ। ਸੁੱਖਾਂ ਦਾ ਨਿਵਾਸ ਨਹੀਂ ਹੋ ਸਕਦਾ, ਆਨੰਦ ਵਾਲਾ ਜੀਵਨ ਨਹੀਂ ਬਣ ਸਕਦਾ। ਫਿਰ ਆਈ ਹੈ, ਬਾਰ ਇਸ ਫਿਰ ਆਤਮਿਕ ਮੌਤ ਦੇ ਗੇਟ 'ਚ ਪਏ ਰਵਾਂਗੇ। ਕਦੇ ਹੱਸਦੇ ਹਾਂ, ਕਦੇ ਰੋਂਦੇ ਹਾਂ, ਕਦੇ ਹੱਸਦੇ ਹਾਂ, ਕਦੇ ਰੋਂਦੇ ਹਾਂ। ਦੇਖਿਆ ਨਾ ਆਪਣੇ ਜੀਵਨ ਵੱਲ ਆਪਾਂ ਨੇ, ਕਦੇ ਹੱਸ ਪੈਂਦੇ ਹਾਂ, ਕਦੇ ਰੋ ਪੈਂਦੇ ਹਾਂ, ਫਿਰ ਉਹ ਗੇਟ 'ਚ ਪਏ ਰਹਿੰਦੇ ਹਾਂ। ਦੁਨੀਆ ਖੋਟੀ ਰਾਸ ਕੂੜ ਕਮਾਈ ਹੈ। ਜਿਹੜੀ ਦੁਨੀਆ ਦੇ ਪਿਆਰ ਵਿੱਚ ਪੈ ਕੇ ਅਸੀਂ ਖੋਟੇ ਕਰਮ ਕਰਦੇ ਹਾਂ ਨਾ, ਖੋਟੀ ਰਾਸ, ਖੋਟੀ ਪੂੰਜੀ ਇਕੱਠੀ ਕਰਦੇ ਹਾਂ, ਦੁਨੀਆ ਦੇ ਪਿਆਰ ਵਿੱਚ ਕਲੋਲਾ ਕਰਦੇ ਹਾਂ। ਕੂੜ ਕਮਾਈ ਹੈ, ਝੂਠ ਹੀ ਕਮਾ ਰਹੇ ਹਾਂ, ਝੂਠੀ ਹੀ ਵਡਿਆਈ ਕਮਾ ਰਹੇ ਹਾਂ। ਤੁਸੀਂ ਪ੍ਰੈਕਟੀਕਲ ਕਰਕੇ ਦੇਖੋ, 50 ਵਾਰ ਕਿਸੇ ਦਾ ਵਧੀਆ ਕਰ ਦਿਓ, ਇੱਕ ਵਾਰ ਥੋੜ੍ਹਾ ਜਿਹਾ ਮਜਬੂਰੀ ਵਸ ਕਿਨਾਰਾ ਕਰ ਲਓ, ਤੁਹਾਡੇ 50 ਵਾਰ 'ਤੇ ਮਿੱਟੀ ਪਾ ਦਿੰਦਾ ਬੰਦਾ। ਜਿਨ੍ਹਾਂ ਪਿੱਛੇ ਲੱਗ ਕੇ ਪਰ ਅਸੀਂ ਆਪਣੇ ਗੁਰੂ ਨੂੰ ਭੁੱਲ ਜਾਂਦੇ ਹਾਂ, ਗੁਰੂ ਨੂੰ ਤਲਾਂਦਰੀ ਦਿੰਦੇ ਹਾਂ। ਜਿਨ੍ਹਾਂ ਚੀਜ਼ਾਂ ਪਿੱਛੇ ਲੱਗ ਕੇ ਉਹ ਮਿੰਟ 'ਚ ਦੂਰ ਹੋ ਜਾਂਦੇ ਨੇ, ਮਾੜੀ ਮੁਸੀਬਤਾਂ 'ਤੇ, ਪਰ ਗੁਰੂ ਫਿਰ ਹੱਥ ਫੜ ਲੈਂਦਾ। ਨਾਨਕ ਸੱਚ ਖਰਾ ਸਾਲਾ ਪਤ ਸਿਉ ਜਾਈਐ। ਇਹ ਨਾਨਕ ਜੀ ਕਹਿੰਦੇ ਨੇ ਜਿਹੜਾ ਸੱਚ ਹੈ ਨਾ, ਪਰਮਾਤਮਾ ਸੱਚ ਹੈ, ਸੱਚ ਹੀ ਪਰਮਾਤਮਾ ਹੈ। ਜੋ ਸੱਚ ਹੈ ਨਾ, ਖਰਾ ਸਾਲਾ, ਉਹ ਖਰਾ ਬਿਲਕੁਲ। ਸਾਲਾ ਉਸ ਦੀਆਂ ਵਿਸ਼ੇਸ਼ਤਾਈਆਂ ਦੀ ਸਲਾਹਨਾ ਕਰ, ਭਾਵ ਉਸ ਨਾਲ ਹੀ ਆਪਣੇ ਜੀਵਨ ਦੀ ਸਲਾਹ ਮਸ਼ਵਰਾ ਕਰ।
ਉਸ ਨਾਲ ਹੀ ਜੁੜ। ਪਤ ਸਿਉ ਜਾਈਐ, ਫਿਰ ਇਸ ਜੀਵਨ ਵਿੱਚ ਜਿੰਦਿਆਂ ਹੋਇਆ ਇੱਜ਼ਤ ਨਾਲ ਚਲਾ ਜਾਵੇਂਗਾ ਇਸ ਸੰਸਾਰ ਤੋਂ। ਕਿਵੇਂ ਜਾਵੇਂਗਾ? ਇੱਜ਼ਤ ਨਾਲ ਸੁਰਖਰੂ ਹੋਵੇਗਾ ਇਸ ਸੰਸਾਰ ਤੋਂ। ਇੱਕ ਤਾਂ ਦੁਨਿਆਵੀ ਇੱਜ਼ਤ ਹੁੰਦੀ ਹੈ, ਇੱਕ ਮਨ ਦੀ ਇੱਜ਼ਤ ਹੁੰਦੀ ਹੈ। ਇੱਥੇ ਆਤਮਾ ਸਹਿਜ ਅਵਸਥਾ ਵਿੱਚ ਆ ਕੇ ਨਿਵਾਸ ਕਰਦੀ ਹੈ, ਆਤਮਕ ਅਡੋਲਤਾ ਵਿੱਚ ਆ ਕੇ ਨਿਵਾਸ ਕਰਦੀ ਹੈ। ਫਿਰ ਆਤਮਕ ਅਡੋਲਤਾ ਵਿੱਚ ਜਾਵੇਂਗਾ, ਫਿਰ ਨੀਹਾਂ ਵਿੱਚ ਖੜਾ ਵੀ ਜਕਾਰੇ ਛੱਡੇਗਾ, ਤੱਤੀ ਤਵੀ 'ਤੇ ਬੈਠਾ ਵੀ ਮਨ ਸ਼ਾਂਤ ਹੋਊਗਾ। ਅਸੀਂ ਤਾਂ ਮਾੜੀ ਮਾੜੀ ਗੱਲ ਤੋਂ ਘਰ 'ਚ ਕਲੇਸ਼ ਪਾ ਲੈਂਦੇ ਹਾਂ, ਤੱਤੀ ਤਵੀ 'ਤੇ ਵੀ ਠਰਦੇ ਨੇ। ਪਤ ਸਿਉ, ਇੱਜ਼ਤ ਨਾਲ ਜਾਵੇਂਗਾ ਇਸ ਸਰੀਰ ਨੂੰ ਛੱਡ ਕੇ। ਜੇ ਸੱਚ ਦੀ ਸਲਾਹ ਕਰੇਗਾ, ਭਾਵ ਸੱਚ ਦੇ ਰਾਹ 'ਤੇ ਤੁਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।